ਹੈਲੋ ਸਟੂਡੈਂਟਸ, ਅੱਜ ਦੇ ਲੈਕਚਰ ਦੇ ਵਿੱਚ ਅਸੀਂ ਜਿਹੜਾ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ ਉਹ ਹੈ ਜੀ ਸੈਂਟਰੀਫਿਊਗਲ ਕਲੱਚ। ਸੈਂਟਰੀਫਿਊਗਲ ਕਲੱਚ ਜਿਹੜਾ ਉਹ ਇੱਕ ਆਟੋਮੈਟਿਕ ਕਲੱਚ ਹੈ। ਇਹਦੇ 'ਚ ਸਾਨੂੰ ਕਲੱਚ ਪੈਡਲ ਦੀ ਲੋੜ ਨਹੀਂ ਪੈਂਦੀ, ਮਤਲਬ ਸਾਨੂੰ ਕਲੱਚ ਪੈਡਲ ਪ੍ਰੈਸ ਨਹੀਂ ਕਰਨਾ ਪੈਂਦਾ ਅਤੇ ਕਲੱਚ ਆਪਣੇ ਆਪ ਵਰਕ ਕਰਦਾ ਹੈ। ਸੋ ਸੈਂਟਰੀਫਿਊਗਲ ਕਲੱਚ ਦੇ ਵਿੱਚੋਂ ਕੀ ਕਹਿੰਦੇ ਨੇ, ਇਟ ਇਜ਼ ਐਨ ਆਟੋਮੈਟਿਕ ਕਲੱਚ। ਇਹ ਇੱਕ ਆਟੋਮੈਟਿਕ ਕਲੱਚ ਹੈ। ਨੋ ਕਲੱਚ ਪੈਡਲ ਇਜ਼ ਰਿਕੁਆਇਰਡ ਟੂ ਕੰਟਰੋਲ ਦੀ ਕਲੱਚ ਓਪਰੇਸ਼ਨ। ਸਾਨੂੰ ਕਲੱਚ ਦਾ ਓਪਰੇਸ਼ਨ ਕਰਨ ਦੇ ਲਈ, ਕਲੱਚ ਕੋਲੋਂ ਕੰਮ ਲੈਣ ਦੇ ਲਈ ਕਿਸੇ ਵੀ ਤਰ੍ਹਾਂ ਨੂੰ ਪੈਡਲ ਜਿਹੜਾ ਉਹ ਪ੍ਰੈਸ ਕਰਨ ਦੀ ਲੋੜ ਨਹੀਂ ਪੈਂਦੀ, ਕਿਸੇ ਵੀ ਤਰ੍ਹਾਂ ਦੇ ਪੈਡਲ ਦੀ ਲੋੜ ਨਹੀਂ ਪੈਂਦੀ। ਇਟ ਇਜ਼ ਕੰਟਰੋਲਡ ਬਾਈ ਦੀ ਸੈਂਟਰੀਫਿਊਗਲ ਫੋਰਸਿਸ। ਇਹਨੂੰ ਕੰਟਰੋਲ ਕੌਣ ਕਰਦਾ ਹੈ? ਕਲੱਚ ਪੈਡਲ ਨੂੰ ਕੰਟਰੋਲ ਕੌਣ ਕਰਦਾ? ਸੈਂਟਰੀਫਿਊਗਲ ਕਲੱਚ ਨੂੰ ਕੰਟਰੋਲ ਕੌਣ ਕਰਦਾ? ਸੈਂਟਰੀਫਿਊਗਲ ਕਲੱਚ ਨੂੰ ਕੰਟਰੋਲ ਕਰਦੀਆਂ ਨੇ ਸੈਂਟਰੀਫਿਊਗਲ ਫੋਰਸਿਸ। ਦੀ engagement and disengagement operation depends upon the engine speed which is controlled by the accelerator। ਜਿਹੜੀ ਕਲੱਚ ਦੀ ਅੰਗੇਜਮੈਂਟ ਹੈ ਜਾਂ ਕਲੱਚ ਦੀ ਡਿਸਅੰਗੇਜਮੈਂਟ ਹੈ, ਵੀ ਮਤਲਬ ਕਲੱਚ ਨੇ ਅੰਗੇਜ ਹੋਣਾ ਹੈ ਜਾਂ ਕਲੱਚ ਨੇ ਡਿਸਅੰਗੇਜ ਹੋਣਾ ਹੈ, ਉਹ ਕਿਹਦੇ 'ਤੇ ਡਿਪੈਂਡ ਕਰਦਾ ਹੈ? ਉਹ ਇੰਜਨ ਦੀ ਸਪੀਡ 'ਤੇ ਡਿਪੈਂਡ ਕਰਦਾ ਹੈ, ਵਿਚ ਇਜ਼ ਕੰਟਰੋਲਡ ਬਾਈ ਦੀ ਐਕਸਲੇਟਰ। ਅਤੇ ਅੱਗੋਂ ਉਹਨੂੰ ਕੌਣ ਕੰਟਰੋਲ ਕਰਦਾ? ਅੱਗੋਂ ਉਹਨੂੰ ਕੰਟਰੋਲ ਕਰਦਾ ਐਕਸਲੇਟਰ। ਐਕਸਲੇਟਰ ਮਤਲਬ ਜਿੱਥੋਂ ਆਪਾਂ ਰੇਸ ਦਿੰਦੇ ਹਾਂ, ਜਿੱਦਾਂ ਅਸੀਂ ਰੇਸ ਦਿੰਦੇ ਹਾਂ, ਠੀਕ ਹੈ, ਉੱਦਾਂ। This clutch is based on the principle that when centrifugal force is applied on a mass, the force tries to throw the mass centrally outside। ਕਹਿੰਦੇ ਇਹਦੇ ਕੰਮ ਕਰਨ ਦਾ ਪ੍ਰਿੰਸੀਪਲ ਕੀ ਹੈ? ਜਦੋਂ ਕਿਸੇ ਵੀ ਮਾਸ ਦੇ ਉੱਪਰ ਇੱਕ ਫੋਰਸ ਲੱਗੇਗੀ, ਉਹ ਫੋਰਸ ਕੀ ਕਰੇਗੀ? ਉਹ ਫੋਰਸ ਉਸ ਮਾਸ ਨੂੰ ਬਾਹਰ ਸੁੱਟਣ ਦੀ ਕੋਸ਼ਿਸ਼ ਕਰੇਗੀ। ਫੋਰ ਐਗਜ਼ਾਮਪਲ, ਇੱਕ ਬੱਚਾ ਹੈ, ਉਹਦੇ ਕੋਲ ਇੱਕ ਪੱਥਰ ਹੈ, ਉਸ ਪੱਥਰ ਨੂੰ ਉਹਨੇ ਕਿਸੇ ਧਾਗੇ ਦੇ ਨਾਲ ਬੰਨ੍ਹ ਲਿਆ ਜਾਂ ਰੱਸੀ ਦੇ ਨਾਲ ਬੰਨ੍ਹ ਲਿਆ ਜਾਂ ਡੋਰ ਦੇ ਨਾਲ ਬੰਨ੍ਹ ਲਿਆ ਅਤੇ ਉਹਨੂੰ ਘੁਮਾਉਣਾ ਸਟਾਰਟ ਕਰਤਾ। ਜਦੋਂ ਉਹਨੂੰ ਉਹ ਘੁਮਾਏਗਾ ਅਤੇ ਘੁਮਾ ਕੇ ਜਦੋਂ ਉਹਨੂੰ ਛੱਡੇਗਾ ਅਤੇ ਉਹ ਚੀਜ਼ ਬਾਹਰ ਨੂੰ ਜਾ ਕੇ ਡਿੱਗੇਗੀ, ਅੰਦਰ ਨੂੰ ਨਹੀਂ ਡਿੱਗੇਗੀ, ਬਾਹਰ ਨੂੰ ਜਾ ਕੇ ਡਿੱਗੇਗੀ। ਅਤੇ ਕਿੰਨੀ ਕੁ ਬਾਹਰ ਜਾ ਕੇ ਡਿੱਗੇਗੀ? ਉਹ ਜਿੰਨੀ ਸਪੀਡ 'ਤੇ ਰੋਟੇਟ ਕਰਦਾ ਹੋਏਗਾ, ਠੀਕ ਹੈ। ਇਹ ਵਾਲਾ ਜਿਹੜਾ ਪ੍ਰਿੰਸੀਪਲ ਹੈ, ਇਹ ਪ੍ਰਿੰਸੀਪਲ 'ਤੇ ਹੀ ਸੈਂਟਰੀਫਿਊਗਲ ਕਲੱਚ ਜਿਹੜਾ ਕੰਮ ਕਰਦਾ ਹੈ। ਮਤਲਬ ਕਲੱਚ ਦੇ ਪ੍ਰਿੰਸੀਪਲ ਕੀ ਹੈ? ਸੈਂਟਰੀਫਿਊਗਲ ਕਲੱਚ ਦਾ ਕੰਮ ਕਰਨ ਦਾ ਪ੍ਰਿੰਸੀਪਲ ਕੀ ਹੈ? ਵੀ ਜਦੋਂ ਵੀ ਕਿਸੇ ਚੀਜ਼ ਦੇ ਉੱਪਰ ਕਿਸੇ ਮਾਸ ਨੂੰ ਅਸੀਂ ਘੁਮਾਵਾਂਗੇ ਅਤੇ ਜਦੋਂ ਉਹ ਘੁੰਮੇਗਾ ਉਹ ਬਾਹਰ ਨੂੰ ਜਾਣ ਦੀ ਕੋਸ਼ਿਸ਼ ਕਰੇਗਾ, ਅਤੇ ਜਦੋਂ ਉਹ ਬਾਹਰ ਨੂੰ ਜਾਣ ਦੀ ਕੋਸ਼ਿਸ਼ ਕਰੇਗਾ ਅਤੇ ਉਹ ਚੀਜ਼ ਜਿਹੜੀ ਹੈ ਇਸ ਪ੍ਰਿੰਸੀਪਲ 'ਤੇ ਕੰਮ ਕਰਦੀ ਹੈ। ਸੈਂਟਰੀਫਿਊਗਲ ਫੋਰਸ ਅਸੀਂ ਉਹਨੂੰ ਕਹਿੰਦੇ ਹਾਂ। ਇਹ ਡਾਇਗਰਾਮ ਹੈ ਸੈਂਟਰੀਫਿਊਗਲ ਕਲੱਚ ਦਾ, ਜਿਹਦੇ 'ਚ ਦਿਖਾਇਆ ਗਿਆ ਇਹ ਸੈਂਟਰੀਫਿਊਗਲ ਕਲੱਚ ਹੈ ਕਿੱਦਾਂ ਦਾ। ਤੁਹਾਨੂੰ ਇੱਥੋਂ ਸਮਝ ਨਹੀਂ ਆਏਗਾ, ਤੁਹਾਨੂੰ ਮੈਂ ਇੱਕ ਵੀਡੀਓ ਦਿਖਾਊਂਗਾ, ਵੀਡੀਓ ਤੋਂ ਕਲੀਅਰ ਹੋਏਗਾ। ਸੋ ਕੰਸਟਰਕਸ਼ਨ ਤੋਂ ਪਹਿਲਾਂ ਨਾ ਆਪਾਂ ਇੱਕ ਵਾਰੀ ਵੀਡੀਓ ਦੇਖ ਹੀ ਲੈਂਦੇ ਹਾਂ ਵੀ ਉਹ ਵੀਡੀਓ ਐਕਚੁਅਲ ਦੇ ਵਿੱਚ ਹੈ ਕਿ ਸੈਂਟਰੀਫਿਊਗਲ ਕਲੱਚ ਕੀ ਹੈ ਅਤੇ ਸੈਂਟਰੀਫਿਊਗਲ ਕਲੱਚ ਕਿੱਦਾਂ ਕੰਮ ਕਰਦਾ ਹੈ। ਵੀਡੀਓ ਤੋਂ ਤੁਹਾਨੂੰ ਜ਼ਿਆਦਾ ਕਲੀਅਰ ਹੋਏਗਾ, ਉਹ ਐਨੀਮੇਟਿਡ ਵੀਡੀਓ ਹੈ, ਇਸ ਕਰਕੇ ਉੱਥੋਂ ਜ਼ਿਆਦਾ ਕਲੀਅਰ ਹੋਏਗਾ। ਇਹ ਦੇਖੋ ਵੀਡੀਓ। ਇਸ ਵੀਡੀਓ ਦੇ ਵਿੱਚ ਉਹਨਾਂ ਨੇ ਕੀ ਦੱਸਿਆ ਵੀ ਸੈਂਟਰੀਫਿਊਗਲ ਕਲੱਚ ਜਿਹੜਾ ਹੈ ਉਹ ਕੰਮ ਕਿੱਦਾਂ ਕਰਦਾ ਹੈ, ਉਹਦੇ ਕੰਮ ਕਰਨ ਦਾ ਪ੍ਰਿੰਸੀਪਲ ਕੀ ਹੈ, ਕੰਸਟਰਕਸ਼ਨ ਕੀ ਹੈ, ਵਰਕਿੰਗ ਕੀ ਹੈ, ਐਡਵਾਂਟੇਜਸ ਕੀ ਨੇ। ਸੋ ਉਹ ਐਕਸਪਲੇਨ ਕਰਦੇ ਨੇ ਵੀ ਜਿਹੜਾ ਸੈਂਟਰੀਫਿਊਗਲ ਕਲੱਚ ਹੈ ਨਾ, ਉਹ ਸਿਰਫ ਅਤੇ ਸਿਰਫ ਸੈਂਟਰੀਫਿਊਗਲ ਐਕਸ਼ਨ 'ਤੇ ਕੰਮ ਕਰਦਾ ਹੈ। ਅਤੇ ਜਿੱਥੇ ਵੀ ਜਿਹੜੀ ਗੱਡੀ ਦੇ ਵਿੱਚ ਕੋਈ ਇੰਜਨ ਲੱਗਾ ਹੈ ਅਤੇ ਉਸ ਗੱਡੀ ਦੇ ਵਿੱਚ ਕਲੱਚ ਦਾ ਹੋਣਾ ਜ਼ਰੂਰੀ ਹੈ। ਜੇ ਕੋਈ ਵੀ ਗੱਡੀ ਦੀ ਆਪਾਂ ਗੱਲ ਕਰਦੇ ਹਾਂ, ਚਾਹੇ ਉਹ ਬੱਸ ਹੈ, ਚਾਹੇ ਉਹ ਟਰੱਕ ਹੈ, ਚਾਹੇ ਉਹ ਕਾਰ ਹੈ, ਕੋਈ ਵੀ ਗੱਡੀ ਹੈ ਜਿਹਦੇ 'ਚ ਇੰਜਨ ਹੈ ਉਹਦੇ ਵਿੱਚ ਕਲੱਚ ਵੀ ਲੱਗਾ ਹੋਏਗਾ, ਠੀਕ ਹੈ। ਕਲੱਚ ਕੀ ਕਰਦਾ ਹੈ? ਪਾਵਰ ਨੂੰ ਅੰਗੇਜ ਅਤੇ ਡਿਸਅੰਗੇਜ ਕਰਦਾ ਹੈ। ਮਤਲਬ ਜਿਹੜਾ ਟਰਾਂਸਮਿਸ਼ਨ ਸਿਸਟਮ ਹੈ ਉਹਦੇ ਨਾਲ ਜਿਹੜੀ ਪਾਵਰ ਹੈ ਉਹਨੂੰ ਅੰਗੇਜ ਅਤੇ ਡਿਸਅੰਗੇਜ ਕਰਨ ਦੀ ਕੋਸ਼ਿਸ਼ ਕਰਦਾ ਹੈ। ਅੱਜ ਦਾ ਟੌਪਿਕ ਜਿਹੜਾ ਉਹ ਹੈ ਜੀ ਸੈਂਟਰੀਫਿਊਗਲ ਕਲੱਚ। ਵੀ ਸੈਂਟਰੀਫਿਊਗਲ ਕਲੱਚ ਦਾ ਵਰਕਿੰਗ ਪ੍ਰਿੰਸੀਪਲ ਕੀ ਹੈ, ਉਹਦੀ ਅੱਗੋਂ ਆਪਾਂ ਯੂਜ਼ ਕਿੱਥੇ ਕਰਦੇ ਹਾਂ, ਯੂਜ਼ ਤੋਂ ਬਾਅਦ ਆ ਗਿਆ ਉਹਦੀ ਕੰਸਟਰਕਸ਼ਨ ਕੀ ਹੈ, ਕਿੱਦਾਂ ਬਣਿਆ ਸੈਂਟਰੀਫਿਊਗਲ ਕਲੱਚ, ਵਰਕਿੰਗ ਕਿੱਦਾਂ ਹੈ, ਕੰਮ ਕਿੱਦਾਂ ਕਰਦਾ ਹੈ, ਅਤੇ 5ਵੇਂ ਨੰਬਰ 'ਤੇ ਆ ਗਿਆ ਉਹਦੇ ਐਡਵਾਂਟੇਜ ਕੀ ਨੇ ਅਤੇ ਉਹਦੀ ਲਿਮਿਟੇਸ਼ਨ ਕੀ ਨੇ। ਸਭ ਤੋਂ ਪਹਿਲੇ ਆਪਾਂ ਗੱਲ ਕਰਦੇ ਹਾਂ ਪ੍ਰਿੰਸੀਪਲ ਦੀ। ਪ੍ਰਿੰਸੀਪਲ ਕੀ ਹੈ ਤੁਹਾਨੂੰ ਅੱਗੇ ਮੈਂ ਦੱਸ ਚੁੱਕਾ ਵੀ ਇਹਦੇ ਕੰਮ ਕਰਨ ਦਾ ਪ੍ਰਿੰਸੀਪਲ ਹੈ ਸੈਂਟਰੀਫਿਊਗਲ ਫੋਰਸ। ਸੈਂਟਰੀਫਿਊਗਲ ਫੋਰਸ ਕੀ ਕਹਿੰਦੀ ਹੈ? ਵੀ ਸੈਂਟਰੀਫਿਊਗਲ ਫੋਰਸ ਦੇ ਕਾਰਨ ਜਿਹੜਾ ਆਪਣਾ ਸੈਂਟਰੀਫਿਊਗਲ ਕਲੱਚ ਹੈ ਉਹ ਕੰਮ ਕਰਦਾ ਹੈ, ਠੀਕ ਹੈ। ਸੈਂਟਰੀਫਿਊਗਲ ਫੋਰਸ ਕੀ ਹੈ? ਜਦੋਂ ਵੀ ਕਿਸੇ ਮਾਸ ਦੇ ਉੱਤੇ ਫੋਰਸ ਲਗਾਈ ਜਾਂਦੀ ਹੈ ਉਹ ਬਾਹਰ ਜਾਣ ਦੀ ਚੀਜ਼ ਕੋਸ਼ਿਸ਼ ਕਰਦੀ ਹੈ। ਮਤਲਬ ਬਾਹਰ ਜਾਣ ਦੀ ਕੋਸ਼ਿਸ਼ ਮਤਲਬ ਰੇਡੀਅਲੀ ਆਊਟਵਰਡ ਜਾਣ ਦੀ ਕੋਸ਼ਿਸ਼ ਕਰੇਗੀ, ਠੀਕ ਹੈ। ਜਿੱਦਾਂ ਜਿੱਦਾਂ ਸਪੀਡ ਇੰਕਰੀਜ਼ ਹੋਏਗੀ ਉੱਦਾਂ ਜਿੰਨੀ ਸਪੀਡ ਜ਼ਿਆਦਾ ਹੋਏਗੀ ਉਨੀ ਜ਼ਿਆਦਾ ਸਪੀਡ 'ਤੇ ਕਲੱਚ ਜਿਹੜਾ ਹੈ ਅੰਗੇਜ ਅਤੇ ਡਿਸਅੰਗੇਜ ਹੋਏਗਾ, ਠੀਕ ਹੈ। ਇਹਨਾਂ ਨੇ ਕਿੱਥੇ ਮੀਟਰ ਜਿਹਾ ਦਿਖਾਤਾ ਸਾਈਡ 'ਤੇ, ਉਹਦੇ 'ਚ ਦਿਖਾਤਾ ਸਪੀਡ,
ਵੀ ਸਪੀਡ ਕਿੰਨੀ ਹੈ, ਸਪੀਡ ਘੱਟ ਹੈ ਜਾਂ ਜ਼ਿਆਦਾ ਹੈ, ਉਹਦੇ 'ਤੇ ਡਿਪੈਂਡ ਕਰੇਗਾ ਵੀ ਸਾਡਾ ਕਲੱਚ ਅੰਗੇਜ ਹੋਏਗਾ ਜਾਂ ਡਿਸਅੰਗੇਜ ਹੋਏਗਾ। ਹੁਣ ਜਦੋਂ ਆਪਾਂ ਇੰਜਨ ਸਪੀਡ ਨੂੰ ਮੈਕਸੀਮਮ ਕਰਾਂਗੇ, ਕਲੱਚ ਦੇ ਜਿਹੜੇ ਸ਼ੂ ਨੇ, ਪੈਡਲ ਨੇ, ਉਹ ਇੱਕ ਦੂਜੇ ਨਾਲ ਅੰਗੇਜ ਕਰਨ ਦੀ ਕੋਸ਼ਿਸ਼ ਕਰਨਗੇ। ਇਹ ਦੇਖੋ ਜਿੱਦਾਂ ਹੀ ਸਪੀਡ ਇੰਕਰੀਜ਼ ਹੋਈ, ਜਿਹੜੇ ਸ਼ੂ ਸੀਗੇ ਇਹ ਬਾਹਰ ਵਾਲੀ ਸਰਫੇਸ ਦੇ ਨਾਲ ਮੈਸ਼ ਕਰ ਗਏ। ਮਤਲਬ ਜਦੋਂ ਸਪੀਡ ਘੱਟ ਸੀਗੀ ਉਦੋਂ ਇਹ ਸ਼ੂ ਜਿਹੜੇ ਸੀਗੇ ਅੰਦਰ ਆਪਣੀ ਜਗ੍ਹਾ 'ਤੇ ਸੀਗੇ, ਪਰ ਜਿੱਦਾਂ ਹੀ ਸਪੀਡ ਇੰਕਰੀਜ਼ ਹੋਈ ਉੱਦਾਂ ਹੀ ਉਹ ਜਿਹੜੇ ਸ਼ੂ ਸੀਗੇ ਬਾਹਰ ਜਾ ਕੇ ਉਹਨਾਂ ਨੇ ਮੈਸ਼ ਕਰਨਾ ਸਟਾਰਟ ਕਰਤਾ। ਇਹ ਦੇਖੋ ਸਪੀਡ 0, ਸ਼ੂ ਬਾਹਰ ਨੇ, ਸਪੀਡ ਵਧੀ, ਉਹ ਚੀਜ਼ ਬਾਹਰ ਜਾ ਕੇ ਮੈਸ਼ ਕਰ ਗਈ। ਠੀਕ ਹੈ, ਇਹ ਵਰਕਿੰਗ ਪ੍ਰਿੰਸੀਪਲ ਹੈ ਕਿਸੇ ਵੀ ਸੈਂਟਰੀਫਿਊਗਲ ਕਲੱਚ ਦਾ। ਮਤਲਬ ਸੈਂਟਰੀਫਿਊਗਲ ਕਲੱਚ ਇਸ ਪ੍ਰਿੰਸੀਪਲ 'ਤੇ ਕੰਮ ਕਰਦਾ ਹੈ ਵੀ ਜਦੋਂ ਆਪਾਂ ਸਪੀਡ ਨੂੰ ਇੰਕਰੀਜ਼ ਕਰਦੇ ਹਾਂ ਇੰਜਨ ਦੇ ਐਕਸਲਰੇਟਰ ਦੇ ਨਾਲ, ਅਤੇ ਅੱਗੇ ਉਹ ਵੱਧਦਾ ਜਾਂਦਾ ਹੈ। ਹੁਣ ਗੱਲ ਆ ਗਈ ਯੂਜ਼ ਦਾ, ਵੀ ਆਪਾਂ ਸੈਂਟਰੀਫਿਊਗਲ ਕਲੱਚ ਕਿੱਥੇ ਯੂਜ਼ ਕਰਦੇ ਹਾਂ। ਸੈਂਟਰੀਫਿਊਗਲ ਕਲੱਚ ਆਪਾਂ ਜੇ ਡੇਲੀ ਲਾਈਫ 'ਚ ਦੇਖੀਏ ਤਾਂ ਅਸੀਂ ਐਕਟਿਵਾ ਦੇ ਵਿੱਚ, ਜਿਹੜੀ ਐਕਟਿਵਾ ਆਪਾਂ ਹੋਂਡਾ ਐਕਟਿਵਾ ਦੇਖਦੇ ਹਾਂ ਜਾਂ ਹੋਰ ਆਪਣੀਆਂ ਜੁਪੀਟਰ ਆ ਗਈ, ਅਸੈਸ ਆ ਗਈ, ਉਹਨਾਂ ਦੇ ਵਿੱਚ ਅਸੀਂ ਸੈਂਟਰੀਫਿਊਗਲ ਕਲੱਚ ਜਿਹੜਾ ਉਹ ਯੂਜ਼ ਕਰਦੇ ਹਾਂ। ਇਹਨਾਂ ਦੇ ਅਕੋਰਡਿੰਗ ਵੀ ਦੇਖ ਲਓ ਹੋਰ ਵੀ ਬੜੀਆਂ ਚੀਜ਼ਾਂ ਜਿੱਥੇ ਆਪਾਂ ਯੂਜ਼ ਕਰਦੇ ਹਾਂ, ਜਿੱਦਾਂ ਕਿ ਉਹਨਾਂ ਨੇ ਐਕਟਿਵਾ ਕਹਿ ਦਿੱਤੀ, ਪਹਿਲੇ ਸਕੂਟਰ ਕਹਿ ਦਿੱਤਾ, ਇੱਦਾਂ ਦੇ ਗੋ ਕਾਰਟਸ ਆ ਗਈਆਂ, ਜਾਂ ਚੈਨ ਹੈਕਸਾ ਆ ਗਿਆ, ਜਾਂ ਛੋਟੀਆਂ ਬੋਟਸ ਆ ਗਈਆਂ। ਚੈਨ ਹੈਕਸਾ ਹੋ ਗਿਆ, ਛੋਟੀਆਂ ਬੋਟਸ ਹੋ ਗਈਆਂ, ਗੋ ਕਾਰਟ ਹੋ ਗਈਆਂ, ਜਾਂ ਬਾਈਕ ਵਗੈਰਾ ਜਾਂ ਐਕਟਿਵਾ ਵਗੈਰਾ ਦੇ ਵਿੱਚ ਆਪਾਂ ਸੈਂਟਰੀਫਿਊਗਲ ਕਲੱਚ ਯੂਜ਼ ਕਰਦੇ ਹਾਂ। ਸਿਰਫ ਇਹ ਉੱਥੇ ਯੂਜ਼ ਹੋਣਾ ਜਿੱਥੇ ਕਲੱਚ ਪੈਡਲ ਦੀ ਲੋੜ ਨਹੀਂ ਪੈਂਦੀ, ਮਤਲਬ ਸਾਨੂੰ ਕਲੱਚ ਪ੍ਰੈਸ ਕਰਨ ਦੀ ਲੋੜ ਨਹੀਂ ਪੈਂਦੀ। ਹੁਣ ਆਪਾਂ ਐਕਟਿਵਾ ਦੇ ਵਿੱਚ ਕਲੱਚ ਥੋੜ੍ਹਾ ਪ੍ਰੈਸ ਕਰਦੇ ਹਾਂ, ਖਾਲੀ ਰੇਸ ਦਿੰਦੇ ਹਾਂ, ਜਿੰਨੀ ਰੇਸ ਜ਼ਿਆਦਾ ਉਨੀ ਸਪੀਡ ਜ਼ਿਆਦਾ, ਸਿੰਪਲ ਜਿਹਾ ਗੱਲ ਹੈ। ਉਹੀ ਇਹਨਾਂ ਨੇ ਕਿਹਾ ਵੀ ਜਿੰਨਾ ਐਕਸਲਰੇਟਰ ਅਸੀਂ ਪ੍ਰੈਸ ਕਰਾਂਗੇ ਉਨੀ ਜ਼ਿਆਦਾ ਸਪੀਡ 'ਤੇ ਸਾਡੀ ਗੱਡੀ ਚੱਲੇਗੀ। ਕੰਸਟਰਕਸ਼ਨ ਦੇ ਵਿੱਚ ਉਹ ਕੀ ਕਹਿੰਦੇ ਨੇ ਵੀ ਇਹਦੇ ਵਿੱਚ ਬਾਕੀ ਕਲੱਚਾਂ ਵਾਂਗੂ ਇੱਕ ਡਰਾਈਵਿੰਗ ਮੈਂਬਰ ਹੋਏਗਾ, ਇੱਕ ਡਰਿਵਨ ਮੈਂਬਰ ਹੋਏਗਾ, ਅਤੇ ਨਾਲ ਓਪਰੇਟਿੰਗ ਮੈਂਬਰ ਹੋਣਗੇ। ਉਹ ਹਰ ਕਲੱਚ ਦੇ ਵਿੱਚ ਜ਼ਰੂਰੀ ਨੇ, ਡਰਾਈਵਿੰਗ ਮੈਂਬਰ, ਡਰਿਵਨ ਮੈਂਬਰ ਅਤੇ ਓਪਰੇਟਿੰਗ ਮੈਂਬਰ। ਡਰਾਈਵਿੰਗ ਮੈਂਬਰ ਜਿਹੜਾ ਉਹ ਤੁਹਾਨੂੰ ਦਿਖਾ ਦਿੱਤਾ, ਇੱਕ ਇੰਜਨ 'ਚੋਂ ਜਿਹੜੀ ਸ਼ਾਫਟ ਨਿਕਲੀ ਉਹ ਡਰਾਈਵਿੰਗ ਮੈਂਬਰ ਆ ਗਿਆ, ਅਤੇ ਦੂਜਾ ਜਿਹੜਾ ਗ੍ਰੀਨ ਕਲਰ ਦਾ ਕੈਪ ਹੈ ਉਹ ਡਰਿਵਨ ਮੈਂਬਰ ਆ ਗਿਆ। ਅੱਗੋਂ ਕੀ ਕਹਿੰਦੇ ਆ, ਇਹਦੇ ਵਿੱਚ ਕੀ ਹੈ, ਸਪਰਿੰਗਸ ਲੱਗੇ ਹੋਣਗੇ, ਓਪਰੇਟਿੰਗ ਸਪਰਿੰਗਸ ਲੱਗੇ ਹੋਣਗੇ ਜਿਹਨਾਂ ਨੂੰ ਸਪਾਈਡਰ ਕਹਿੰਦੇ ਆ। ਠੀਕ ਹੈ, ਅਤੇ ਉਹਦੇ ਨਾਲ ਬਾਹਰ ਕੀ ਨੇ, ਬ੍ਰੇਕ ਸ਼ੂ ਨੇ। ਜਿਹੜਾ ਸਰਕਲ ਹੈ ਗ੍ਰੀਨ ਕਲਰ ਦਾ ਇਹ ਡਰਾਈਵਰ ਮੈਂਬਰ ਹੈ, ਜਿਹੜੀ ਸੈਂਟਰ ਵਾਲੀ ਸ਼ਾਫਟ ਲੈਫਟ ਸਾਈਡ 'ਤੇ ਦਿਖਾਈ ਹੋਈ ਗ੍ਰੇ ਕਲਰ ਦੀ ਉਹ ਡਰਾਈਵਿੰਗ ਮੈਂਬਰ, ਜਿਹੜਾ ਗ੍ਰੀਨ ਕਲਰ ਦਾ ਉਹ ਡਰਾਈਵਰ ਮੈਂਬਰ, ਜਿਹੜੇ ਸੈਂਟਰ 'ਚ ਸਪਰਿੰਗ ਲੱਗੇ ਨੇ ਉਹ ਓਪਰੇਟਿੰਗ ਮੈਂਬਰ, ਜਿਹਨੂੰ ਅਸੀਂ ਸਪਾਈਡਰ ਕਹਿੰਦੇ ਹਾਂ ਜਾਂ ਸਪਰਿੰਗ ਕਹਿੰਦੇ ਹਾਂ। ਜਿੱਦਾਂ ਜਿੱਦਾਂ ਆਪਾਂ ਨੂੰ ਰੋਟੇਟ ਕਰਾਵਾਂਗੇ ਡਰਾਈਵਿੰਗ ਮੈਂਬਰ ਨੂੰ, ਜਿੰਨੀ ਸਪੀਡ 'ਤੇ ਡਰਾਈਵਿੰਗ ਮੈਂਬਰ ਰੋਟੇਟ ਕਰੇਗਾ ਉਹ ਕੀ ਕਰੇਗਾ, ਜਿਹੜੇ ਸਪਰਿੰਗਸ ਲੱਗੇ ਨੇ ਨਾ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰੇਗਾ, ਬਾਹਰ ਫੈਲਾਉਣ ਦੀ ਕੋਸ਼ਿਸ਼ ਕਰੇਗਾ। ਜਦੋਂ ਸਪਰਿੰਗਸ ਅੱਗੇ ਜਿਹੜਾ ਮਾਸ ਅਟੈਚ ਹੈ, ਜਿਹੜੇ ਬ੍ਰੇਕ ਸ਼ੂ ਅਟੈਚ ਨੇ, ਜਦੋਂ ਉਹ ਬਾਹਰ ਜਾਣਗੇ, ਬਾਹਰ ਜਾ ਕੇ ਉਹ ਕੀ ਕਰਨਗੇ ਵੀ ਜਿਹੜਾ ਗ੍ਰੀਨ ਕਲਰ ਦਾ ਰਿੰਗ ਹੈ ਨਾ ਉਹਦੇ ਕੰਟੈਕਟ ਦੇ ਵਿੱਚ ਆ ਜਾਣਗੇ। ਜਦੋਂ ਉਹ ਗ੍ਰੀਨ ਕਲਰ ਦੇ ਰਿੰਗ ਦੇ ਕੰਟੈਕਟ ਦੇ ਵਿੱਚ ਆਉਣਗੇ ਫਿਰ ਉਹ ਆਪਣੇ ਨਾਲ ਗ੍ਰੀਨ ਕਲਰ ਦੇ ਰਿੰਗ ਨੂੰ ਵੀ ਘੁਮਾਉਣਾ ਸਟਾਰਟ ਕਰ ਦੇਣਗੇ। ਫਿਲਹਾਲ ਇਕੱਲਾ ਗ੍ਰੇ ਕਲਰ ਦੀ ਸ਼ਾਫਟ ਯਾਨੀ ਕਿ ਡਰਾਈਵਿੰਗ ਮੈਂਬਰ ਘੁੰਮਦਾ ਪਿਆ, ਬਟ ਅੱਗੋਂ ਕੀ ਹੋਏਗਾ, ਡਰਿਵਨ ਮੈਂਬਰ ਜਿਹੜਾ ਉਹ ਨਾਲ ਘੁੰਮੇਗਾ। ਉਹ ਕਿੱਦਾਂ ਦੇਖੋ, ਉਹਨਾਂ ਨੇ ਹੁਣ ਇੱਥੇ ਤੁਹਾਨੂੰ ਐਕਸਪਲੇਨ ਕਰਨਾ ਹੈ ਵੀ ਡਰਿਵਨ ਮੈਂਬਰ ਜਿਹੜਾ ਉਹ ਕਿੱਦਾਂ ਡਰਾਈਵਿੰਗ ਮੈਂਬਰ ਦੇ ਨਾਲ ਘੁੰਮੇਗਾ। ਉਹਦੇ ਵਾਸਤੇ ਕੀ ਹੈ, ਸਾਨੂੰ ਡਰਾਈਵਿੰਗ ਮੈਂਬਰ ਨੂੰ ਘੁਮਾਉਣਾ ਪਏਗਾ। ਡਰਾਈਵਿੰਗ ਮੈਂਬਰ ਨੂੰ ਕੌਣ ਘੁਮਾਏਗਾ, ਡਰਾਈਵਿੰਗ ਮੈਂਬਰ ਨੂੰ ਘੁਮਾਏਗਾ ਇੰਜਨ। ਇੰਜਨ ਅਸੀਂ ਜਦੋਂ ਸਟਾਰਟ ਕਰਾਂਗੇ ਤਾਂ ਡਰਾਈਵਿੰਗ ਮੈਂਬਰ ਘੁੰਮਣਾ ਸਟਾਰਟ ਕਰ ਦੇਗਾ। ਜਿੱਦਾਂ ਜਿੱਦਾਂ ਅਸੀਂ ਰੇਸ ਇੰਕਰੀਜ਼ ਕਰਾਂਗੇ ਉੱਦਾਂ ਉੱਦਾਂ ਜਿਹੜਾ ਪ੍ਰੈਸ਼ਰ ਹੈ, ਜਿਹੜਾ ਲੋਡ ਹੈ ਉਹ ਪੈਂਦਾ ਜਾਏਗਾ ਕਿਹਦੇ ਉੱਤੇ, ਬ੍ਰੇਕ ਸ਼ੂ ਦੇ ਉੱਪਰ। ਦੇਖੋ ਜਿੱਦਾਂ ਹੀ ਸਪੀਡ ਇੰਕਰੀਜ਼ ਹੁੰਦੀ ਪਈ ਹੈ ਹੌਲੀ ਹੌਲੀ ਜਿਹੜੇ ਬ੍ਰੇਕ ਸ਼ੂ ਨੇ ਉਹ ਬਾਹਰ ਨੂੰ ਜਾਂਦੇ ਪਏ ਨੇ। ਜਦੋਂ ਬ੍ਰੇਕ ਸ਼ੂ ਬਾਹਰ ਨੂੰ ਚਲੇ ਗਏ ਅਤੇ ਉਹਨਾਂ ਨੇ ਨਾਲ ਡਰਿਵਨ ਮੈਂਬਰ ਨੂੰ ਵੀ ਘੁਮਾਉਣਾ ਸਟਾਰਟ ਕਰਤਾ। ਅਤੇ ਜਿੱਦਾਂ ਹੀ ਆਪਾਂ ਸਪੀਡ ਨੂੰ ਘਟਾਵਾਂਗੇ, ਹੁਣ ਆਪਾਂ ਇਹ ਥੋੜ੍ਹਾ ਸਪੀਡ 'ਤੇ ਚੱਲੀ ਜਾਣਾ, ਸਪੀਡ ਨੂੰ ਘਟਾਉਣਾ ਵੀ ਹੈ, ਬ੍ਰੇਕ ਵੀ ਮਾਰਨੀ ਹੈ। ਜਿੱਦਾਂ ਸਪੀਡ ਘਟੇਗੀ ਬ੍ਰੇਕ ਲੱਗੇਗੀ, ਉੱਦਾਂ ਉੱਦਾਂ ਬ੍ਰੇਕ ਸ਼ੂ ਜਿਹੜੇ ਨੇ ਵਾਪਸ ਆਪਣੀ ਜਗ੍ਹਾ 'ਤੇ ਆ ਜਾਣਗੇ। ਫਿਰ ਆਪਾਂ ਸਪੀਡ ਨੂੰ ਇੰਕਰੀਜ਼ ਕਰਦੇ ਹਾਂ, ਬ੍ਰੇਕ ਸ਼ੂ ਬਾਹਰ ਚਲੇ ਜਾਂਦੇ ਨੇ, ਅਤੇ ਜੇ ਆਪਾਂ ਸਪੀਡ ਨੂੰ ਘਟਾਉਂਦੇ ਹਾਂ ਬ੍ਰੇਕ ਸ਼ੂ ਅੰਦਰ ਆ ਜਾਂਦੇ ਨੇ। ਇਸ ਤਰ੍ਹਾਂ ਜਿਹੜਾ ਆਪਣਾ ਸੈਂਟਰੀਫਿਊਗਲ ਕਲੱਚ ਹੈ ਉਹ ਇਸ ਤਰ੍ਹਾਂ ਕੁਛ ਕੰਮ ਕਰਦਾ ਹੈ ਵੀ ਆਪਾਂ ਰੇਸ ਨੂੰ ਵਧਾਇਆ ਅਤੇ ਡਰਾਈਵਿੰਗ ਮੈਂਬਰ ਬਾਹਰ ਚਲੇ ਗਏ, ਅਤੇ ਰੇਸ ਨੂੰ ਘਟਾਇਆ ਅਤੇ ਡਰਾਈਵਿੰਗ ਮੈਂਬਰ ਜਿਹੜੇ ਸੀਗੇ ਉਹ ਅੰਦਰ ਆ ਗਏ। ਮਤਲਬ ਡਰਿਵਨ ਮੈਂਬਰ ਨੇ ਘੁੰਮਣਾ ਸਟਾਰਟ ਕਰਤਾ ਜਾਂ ਬੰਦ ਕਰਤਾ। ਇਹ ਸਾਰੀ ਗੇਮ ਜਿਹੜੀ ਹੈ ਸਪਰਿੰਗ ਦੀ ਹੈ। ਸਪਰਿੰਗ ਜੇ ਆਪਾਂ ਮੋਟਾ ਲਗਾਵਾਂਗੇ ਅਤੇ ਫਿਰ ਫੋਰਸ ਵੀ ਜ਼ਿਆਦਾ ਲੱਗੂਗੀ ਚਲਾਉਣ ਲੱਗਿਆ। ਜੇ ਸਪਰਿੰਗ ਅਸੀਂ ਪਤਲਾ ਲਗਾ ਲਾਂਗੇ, ਘੱਟ ਸਟਿਫ ਲਗਾ ਲਾਂਗੇ, ਫਿਰ ਉਹਨੂੰ ਫੋਰਸ ਘੱਟ ਲੱਗੇਗੀ ਚਲਾਉਣ ਲੱਗਿਆ। ਇਹ ਸੀਗਾ ਵਰਕਿੰਗ ਪ੍ਰਿੰਸੀਪਲ। ਜੇ ਐਡਵਾਂਟੇਜ ਦੀ ਗੱਲ ਕਰਦੇ ਹਾਂ, ਐਡਵਾਂਟੇਜ ਕੀ ਹੈ, ਇਹਦੀ ਕੰਸਟਰਕਸ਼ਨ ਬੜੀ ਸਿੰਪਲ ਹੈ।
ठीक है, सिंपल जी चीज़ है। एक स्प्रिंग लगे ने, स्प्रिंग दे नाल ब्रेक शू लगे ने। ਆਪਾਂ ਜਦੋਂ ਘੁਮਾਉਂਦੇ ਹਾਂ ਸਪਰਿੰਗਸ ਨੂੰ, ਸਪਰਿੰਗਸ ਬਾਹਰ ਨੂੰ ਫੈਲਦੇ ਨੇ, ਬ੍ਰੇਕ ਸ਼ੂ ਬਾਹਰ ਨੂੰ ਫੈਲਦੇ ਨੇ, ਠੀਕ ਹੈ, ਤੇ ਜਾ ਕੇ ਬਾਹਰ ਡਰਿਵਨ ਮੈਂਬਰ ਦੇ ਨਾਲ ਅਟੈਚ ਹੋ ਜਾਂਦੇ ਨੇ। ਲੈਸ ਮੇਨਟੇਨੈਂਸ ਮਤਲਬ ਇਹਦੀ ਮੇਨਟੇਨੈਂਸ ਦੀ ਲੋੜ ਨਹੀਂ ਪੈਂਦੀ ਬਹੁਤੀ, ਆਸਾਨੀ ਨਾਲ ਇਹਨੂੰ ਆਪਾਂ ਮੇਨਟੇਨੈਂਸ ਕਰ ਸਕਦੇ ਹਾਂ। ਅਫੋਰਡੇਬਲ ਹੈ, ਸਸਤਾ ਹੈ, ਜ਼ਿਆਦਾ ਮਹਿੰਗਾ ਨਹੀਂ ਹੈ, ਈਜ਼ੀਲੀ ਆਪਾਂ ਇੰਸਟਾਲ ਕਰ ਸਕਦੇ ਹਾਂ ਇਹਨੂੰ। ਇਹ ਵੀ ਇੱਕ ਇਹਦਾ ਐਡਵਾਂਟੇਜ ਹੋ ਗਿਆ। ਇਸ ਤੋਂ ਬਾਅਦ ਆਪਾਂ ਇੱਕ ਐਡਵਾਂਟੇਜ ਹੋਰ ਇਹ ਵੀ ਹੈ, ਆਟੋਮੈਟਿਕ ਹੈ, ਕਿਸੇ ਤਰ੍ਹਾਂ ਦੀ ਕਲਚ ਪੈਡਲ ਦੀ ਲੋੜ ਨਹੀਂ ਪਈ, ਆਪਣੇ ਆਪ ਹੀ ਆਪਰੇਟ ਹੋ ਗਿਆ, ਠੀਕ ਹੈ। ਇਹਦਾ ਐਡਵਾਂਟੇਜ ਹੋ ਗਿਆ। ਇੱਦਾਂ ਹੀ ਇਹਦੀ ਡਿਸਐਡਵਾਂਟੇਜ ਵੀ ਨੇ। ਡਿਸਐਡਵਾਂਟੇਜ 'ਚੋਂ ਕੀ ਕਹਿੰਦੇ ਨੇ, ਸਲਿੱਪਿੰਗ। ਇਹਦੇ 'ਚ ਸਲਿੱਪਿੰਗ ਹੁੰਦੀ ਹੈ, ਠੀਕ ਹੈ, ਕਿਉਂਕਿ ਸਾਰੀ ਗੇਮ ਜਿਹੜੀ ਚੱਲਣੀ ਹੈ ਉਹ ਬ੍ਰੇਕ ਸ਼ੂ ਦੇ ਆਲੇ ਦੁਆਲੇ ਚੱਲਣੀ ਹੈ। ਜੇ ਬ੍ਰੇਕ ਸ਼ੂ ਸਹੀ ਤਰ੍ਹਾਂ ਨਾਲ ਗ੍ਰਿਪ ਕਰ ਗਏ ਤਾਂ ਠੀਕ ਹੈ, ਬ੍ਰੇਕ ਸ਼ੂ ਸਹੀ ਤਰ੍ਹਾਂ ਗ੍ਰਿਪ ਨਾ ਕੀਤੇ, ਬ੍ਰੇਕ ਸ਼ੂ ਘਸ ਗਏ ਅਤੇ ਕਲਚ ਨੇ ਕੰਮ ਕਰਨਾ ਬੰਦ ਕਰ ਦੇਣਾ। ਪਾਵਰ ਲੋਸ, ਥੋੜ੍ਹਾ ਪਾਵਰ ਲੋਸ ਵੀ ਇਹਦੇ 'ਚ ਜ਼ਿਆਦਾ ਹੈ, ਇਸ ਕਰਕੇ ਆਪਾਂ ਇਹਨੂੰ ਜ਼ਿਆਦਾ ਗੱਡੀਆਂ 'ਚ ਯੂਜ਼ ਨਹੀਂ ਕਰਦੇ ਪਏ, ਸਿਰਫ ਇੱਕ ਅੱਧੀ ਗੱਡੀ ਐਕਟਿਵਾ ਵਗੈਰਾ 'ਚ ਯੂਜ਼ ਕਰਦੇ ਪਏ ਹਾਂ, ਜ਼ਿਆਦਾ ਨਹੀਂ ਆਪਾਂ ਇਹਨੂੰ ਯੂਜ਼ ਕਰਦੇ ਪਏ। ਪਾਵਰ ਲੋਸ ਤੋਂ ਬਾਅਦ ਆ ਗਿਆ ਜੀ ਲੋ ਕਪੈਸਿਟੀ। ਇਹ ਕਲਚ ਦੀ ਜਿਹੜੀ ਕਪੈਸਿਟੀ ਹੈ ਟੋਰਕ ਟਰਾਂਸਮਿਟ ਕਰਨ ਦੀ, ਉਹ ਘੱਟ ਹੈ। ਅਤੇ ਓਵਰ ਹੀਟਿੰਗ, ਇਹਦੇ 'ਚ ਜਿਹੜੇ ਓਵਰ ਹੀਟਿੰਗ ਦੇ ਚਾਂਸ ਨੇ ਉਹ ਜ਼ਿਆਦਾ ਨੇ, ਕਿਉਂਕਿ ਸਾਰਾ ਹੀ ਗੇਮ ਜਿਹੜੀ ਹੈ ਉਹ ਬ੍ਰੇਕ ਸ਼ੂ ਦੇ ਹੱਥ ਹੈ। ਬ੍ਰੇਕ ਸ਼ੂ ਦੇ ਕੋਲ ਕੰਟਰੋਲ ਹੋਣ ਦੇ ਕਾਰਨ ਕੀ ਹੁੰਦਾ ਹੈ, ਬ੍ਰੇਕ ਸ਼ੂ ਜਿੰਨੇ ਜ਼ਿਆਦਾ ਹੀਟ ਹੋਣਗੇ ਉਨਾ ਸਾਨੂੰ ਨੁਕਸਾਨ ਕਰਨਗੇ। ਇਸ ਕਰਕੇ ਇਹਦੀ ਲਿਮਿਟੇਸ਼ਨਸ ਵੀ ਨੇ ਅਤੇ ਐਡਵਾਂਟੇਜਿਸ ਵੀ ਨੇ। ਹੁਣ ਆਪਾਂ ਆਪਣੇ ਟੌਪਿਕ 'ਤੇ ਆਉਂਦੇ ਹਾਂ। ਟੌਪਿਕ ਦੇ ਵਿੱਚ ਕੰਸਟਰਕਸ਼ਨ 'ਤੇ ਅਸੀਂ ਪਹੁੰਚੇ ਸੀਗੇ। ਕੰਸਟਰਕਸ਼ਨ ਤੁਸੀਂ ਇੱਕ ਵਾਰੀ ਸਮਝ ਵੀ ਲਈਏ, ਵਰਕਿੰਗ ਵੀ ਸਮਝ ਲਈਏ। ਹੁਣ ਆਪਾਂ ਇੱਕ ਵਾਰ ਪੜ੍ਹ ਲਈਏ ਕਹਿੰਦੇ ਕੀ ਨੇ। ਉਹ ਕਹਿੰਦੇ ਕਿ ਤੁਹਾਨੂੰ ਸੈਂਟਰੀਫਿਊਗਲ ਕਲਚ ਦਾ ਆਪਾਂ ਡਾਇਗਰਾਮ ਦਿਖਾ ਦਿੱਤਾ, ਠੀਕ ਹੈ। ਜਿਹੜਾ ਸੈਮੀ ਸੈਂਟਰੀਫਿਊਗਲ ਕਲਚ ਸੀਗਾ ਨਾ, ਉਹਦੇ 'ਚ ਆਪਾਂ ਕੋਇਲ ਸਪਰਿੰਗ ਯੂਜ਼ ਕਰਦੇ ਪਏ ਸੀਗੇ, ਉਹ ਅਸੀਂ ਪੜ੍ਹਨਾ ਅਜੇ। ਸੈਮੀ ਸੈਂਟਰੀਫਿਊਗਲ ਕਲਚ ਅਸੀਂ ਪੜ੍ਹਾਂਗੇ, ਉਹਦੇ 'ਚ ਆਪਾਂ ਕੋਇਲ ਸਪਰਿੰਗ ਯੂਜ਼ ਕਰਦੇ ਸੀਗੇ। ਉਹ ਮੈਂ ਤਾਂ ਨਹੀਂ ਕਰਾਇਆ ਕਿਉਂਕਿ ਪਹਿਲੇ ਤੁਹਾਨੂੰ ਜੇ ਸੈਂਟਰੀਫਿਊਗਲ ਦਾ ਕੰਸੈਪਟ ਕਲੀਅਰ ਹੋਏਗਾ ਨਾ, ਫਿਰ ਤੁਹਾਨੂੰ ਸੈਮੀ ਸੈਂਟਰੀਫਿਊਗਲ ਸਮਝ ਆਊਗਾ। ਬਟ ਇਨ ਸੈਂਟਰੀਫਿਊਗਲ ਕਲਚ ਸੱਚ ਸਪਰਿੰਗਸ ਆਰ ਨੋਟ ਯੂਜ਼। ਤੁਸੀਂ ਦੇਖਿਆ ਸੈਂਟਰੀਫਿਊਗਲ ਸਪਰਿੰਗ ਦੇ ਵਿੱਚ ਆਪਾਂ ਇੱਦਾਂ ਦੇ ਸਪਰਿੰਗ ਨਹੀਂ ਯੂਜ਼ ਕੀਤੇ ਜਿਹੜੇ ਆਪਾਂ ਸਿੰਗਲ ਪਲੇਟ ਕਲਚ ਦੇ ਵਿੱਚ ਜਾਂ ਮਲਟੀ ਪਲੇਟ ਕਲਚ ਦੇ ਵਿੱਚ ਯੂਜ਼ ਕਰਦੇ ਪਏ ਸੀਗੇ। ਇਹਦੇ 'ਚ ਅਸੀਂ ਕੀ ਕੀਤਾ, ਇੱਕ ਲੀਵਰ ਯੂਜ਼ ਕੀਤਾ ਜਿਹਦੇ ਇੱਕ ਸਾਈਡ 'ਤੇ ਕੀ ਸੀਗਾ, ਵੇਟ ਅਟੈਚ ਸੀਗਾ। ਉਹ ਵੇਟ ਕੀ ਕਰਦਾ ਸੀਗਾ, ਜਦੋਂ ਅਸੀਂ ਉਹਨੂੰ ਘੁਮਾਉਂਦੇ ਸੀਗੇ ਵੇਟ ਬਾਹਰ ਜਾਂਦਾ ਸੀਗਾ, ਬਾਹਰ ਜਾ ਕੇ ਜਿਹੜਾ ਡਰਿਵਨ ਮੈਂਬਰ ਸੀਗਾ ਉਹਦੇ ਨਾਲ ਅਟੈਚ ਹੋ ਜਾਂਦਾ ਸੀਗਾ, ਠੀਕ ਹੈ। ਉਹਦੇ ਨਾਲ ਕੀ ਹੁੰਦਾ ਸੀਗਾ, ਡਰਿਵਨ ਮੈਂਬਰ ਵੀ ਨਾਲ ਘੁੰਮਣਾ ਸ਼ੁਰੂ ਕਰ ਦਿੰਦਾ ਸੀਗਾ। ਵੀ ਮਤਲਬ ਇਹਦੇ 'ਤੇ ਇੱਕ ਫ੍ਰਿਕਸ਼ਨ ਲਾਈਨਿੰਗ ਲੱਗੀ ਸੀਗੀ, ਉਸ ਫ੍ਰਿਕਸ਼ਨ ਲਾਈਨਿੰਗ ਦੇ ਕਾਰਨ ਜਿਹੜਾ ਡਰਿਵਨ ਮੈਂਬਰ ਸੀਗਾ ਉਹ ਵੀ ਇਹਦੇ ਨਾਲ ਘੁੰਮਣਾ ਸ਼ੁਰੂ ਕਰ ਦਿੰਦਾ ਸੀਗਾ ਜਦੋਂ ਇਹਦੇ ਕੰਟੈਕਟ ਵਿੱਚ ਆਉਂਦਾ ਸੀਗਾ, ਠੀਕ ਹੈ। ਇੱਦਾਂ ਹੀ ਜਿੱਦਾਂ ਹੀ ਕਲਚ ਐਕਸਪੈਂਡ ਕਰੇਗਾ ਉੱਦਾਂ ਹੀ ਡਰਿਵਨ ਮੈਂਬਰ ਨਾਲ ਘੁੰਮਣਾ ਸਟਾਰਟ ਕਰ ਦੇਗਾ, ਅਤੇ ਜਿੱਦਾਂ ਹੀ ਆਪਾਂ ਸਪੀਡ ਨੂੰ ਘਟਾਵਾਂਗੇ ਡਰਿਵਨ ਮੈਂਬਰ ਕੀ ਹੈ ਉਹ ਰੁਕ ਜਾਏਗਾ। ਮਤਲਬ ਸਾਰੀ ਜਿਹੜੀ ਚੀਜ਼ ਡਿਪੈਂਡ ਕਰਦੀ ਪਈ ਹੈ ਉਹ ਸਪੀਡ 'ਤੇ ਡਿਪੈਂਡ ਕਰਦੀ ਪਈ ਹੈ, ਐਕਸਲੇਟਰ 'ਤੇ ਡਿਪੈਂਡ ਕਰਦੀ ਪਈ ਹੈ। ਜਿੰਨੀ ਐਕਸਲੇਟਰ ਦੀ ਸਪੀਡ ਜ਼ਿਆਦਾ, ਜਿੰਨਾ ਐਕਸਲੇਟਰ ਜ਼ਿਆਦਾ ਨੱਪਾਂਗੇ ਕਲਚ ਵੀ ਓਨੀ ਤੇਜ਼ੀ ਨਾਲ ਕੰਮ ਕਰੇਗਾ, ਜਿੰਨਾ ਅਸੀਂ ਘੱਟ ਨੱਪਾਂਗੇ ਕਲਚ ਵੀ ਓਨਾ ਘੱਟ ਕਰੇਗਾ, ਠੀਕ ਹੈ। ਮਤਲਬ ਉਹਨਾਂ ਨੇ ਵਰਕਿੰਗਸ ਵੀ ਇਹੀ ਗੱਲ ਕਹੀ ਹੈ ਵੀ ਇੱਕ ਲੀਵਰ ਹੈ ਜਿਹੜਾ ਫਲਾਈ ਵੀਲ ਦੇ ਨਾਲ ਰੋਟੇਟ ਕਰਦਾ ਹੈ। ਜਿੱਦਾਂ ਹੀ ਇੰਜਨ ਦੀ ਸਪੀਡ ਇੰਕਰੀਜ਼ ਕਰਦੀ ਹੈ, ਮਾਸ ਜਿਹੜਾ ਹੈ ਉਹ ਬਾਹਰ ਨੂੰ ਜਾਣ ਦੀ ਕੋਸ਼ਿਸ਼ ਕਰਦਾ, ਬਾਹਰ ਨੂੰ ਉੱਡਣ ਦੀ ਕੋਸ਼ਿਸ਼ ਕਰਦਾ। ਇਸ ਤਰ੍ਹਾਂ ਕੀ ਹੁੰਦਾ, ਲੀਵਰ ਕੀ ਕਰਦਾ, ਇੱਕ ਪਲੇਟ ਨੂੰ ਪ੍ਰੈਸ ਕਰਦਾ। ਪਲੇਟ ਪ੍ਰੈਸ ਕਰਨ ਦੇ ਨਾਲ ਕੀ ਹੁੰਦਾ, ਸਪਰਿੰਗ ਦੀ ਹੈਲਪ ਦੇ ਨਾਲ ਜਿਹੜੀ ਫਲਾਈ ਵੀਲ ਬਾਹਰ ਵਾਲੀ ਪਲੇਟ ਹੈ ਡਰਿਵਨ ਮੈਂਬਰ ਦੀ, ਉਹਨੂੰ ਪ੍ਰੈਸ ਕਰੇਗਾ। ਸੋ ਕਲਚ ਪਲੇਟ ਜਿਹੜੀ ਉਹ ਫਲਾਈ ਵੀਲ ਨਾਲ ਅੰਗੇਜ ਹੋ ਜਾਏਗੀ ਅਤੇ ਪਾਵਰ ਜਿਹੜੀ ਅੱਗੇ ਟਰਾਂਸਮਿਟ ਹੋਣੀ ਸਟਾਰਟ ਹੋ ਜਾਏਗੀ। ਜਿੱਦਾਂ ਜਿੱਦਾਂ ਆਪਾਂ ਸਪੀਡ ਨੂੰ ਵਧਾਉਂਦੇ ਜਾਵਾਂਗੇ ਪਾਵਰ ਟਰਾਂਸਮਿਸ਼ਨ ਜਿਹੜੀ ਉਹ ਵੱਧਦੀ ਜਾਏਗੀ, ਜਿੱਦਾਂ ਜਿੱਦਾਂ ਸਪੀਡ ਨੂੰ ਘੱਟ ਕਰਦੇ ਜਾਵਾਂਗੇ ਪਾਵਰ ਟਰਾਂਸਮਿਸ਼ਨ ਜਿਹੜੀ ਹੈ ਉਹ ਘੱਟ ਹੁੰਦੀ ਜਾਏਗੀ। ਇੱਦਾਂ ਅਸੀਂ ਐਕਸਲਰੇਟਰ ਦੀ ਹੈਲਪ ਦੇ ਨਾਲ ਆਪਾਂ ਸਪੀਡ ਨੂੰ ਘਟਾ ਸਕਦੇ ਹਾਂ ਅਤੇ ਵਧਾ ਸਕਦੇ ਹਾਂ। ਸਿਰਫ ਅਤੇ ਸਿਰਫ ਡਿਪੈਂਡ ਕਿਹਦੇ 'ਤੇ ਕਰੇਗਾ, ਉਹ ਐਕਸਲਰੇਟਰ 'ਤੇ। ਸੋ ਇਹ ਸੀਗਾ ਤੁਹਾਡਾ ਅੱਜ ਦਾ ਟੌਪਿਕ ਜਿਹਦੇ 'ਚ ਅਸੀਂ ਪੜ੍ਹਿਆ ਸੈਂਟਰੀਫਿਊਗਲ ਕਲਚ।